ਸੱਤਾ ਦੇ ਵਿੱਚ ਜਦੋਂ ਨਫ਼ਰਤ ਦੇ ਬੀਜ ਬੀਜੇ ਜਾਂਦੇ ਨੇ, ਆਪਸੀ ਭਾਈਚਾਰਿਆਂ ਦੇ ਵਿੱਚ ਜਦੋਂ ਰਾਜਨੀਤੀ ਨਫ਼ਰਤ ਦੇ ਬੀਜ ਬੀਜਦੀ ਹੈ, ਜਦੋਂ ਉਹ ਪੁੰਗਰਦੇ ਨੇ ਤਾਂ ਉਹ ਸਮਾਜ ਦਾ ਵੱਡਾ ਨੁਕਸਾਨ ਕਰਦੇ ਨੇ। ਹਰਿਆਣਾ ਦੇ ਮੇਵਾਤ ਵਿੱਚ ਹੋ ਰਿਹਾ ਜਿਹੜੀ ਹਿੰਸਾ ਹੁਣ ਗੁਰੂਗ੍ਰਾਮ ਤੱਕ ਪਹੁੰਚ ਗਈ। अनिल विज वर्गे या फिर होर लोग कह रहे हैं कि जी ये यात्रा हैगी आ ये तो सालों तो चली आ रही, कोई सालों तो नहीं चली आ रही है। एक दो साल पहला ये बजरंग दल ने स्टार्ट की सी ते इस यात्रा का मकसद भी यही सी कि मुस्लिम बहुल इलाकों से ये निकलन ते उत्थे टकराव की स्थिति बने। तो इस करके इन्होंने जो मोनू मानेसर की वीडियोज़ भी तुम देखो या फिर बिट्टू बजरंगी की वीडियो देखो, वो पहला ही 27-28 जुलाई को ये कहन लग पे थे कि थोड़े जीजा आएंगे अपने जीजिया स्वागत करो, उन्होंने माड़ा पाओ। तो इस किस्म के जोड़े भड़काऊ बयान से मोनू मानेसर ते बिट्टू बजरंगी वालों आन लगे थे। मोनू मानेसर नासिर जुनैद हत्याकांड च भी चार्जशीट च हैगा ਜਿਹੜੇ ਕਹਿ ਰਹੇ ਕਿ ਅਸੀਂ ਯਾਤਰਾ ਕੱਢ ਰਹੇ ਸੀਗੇ, ਉਹ ਜਿਨ੍ਹਾਂ ਕੋਲ ਹਥਿਆਰ ਤਲਵਾਰਾਂ ਸਾਰਾ ਕੁਝ ਸੀਗਾ, ਇਹ ਸਾਰੇ ਬਜਰੰਗ ਦਲ ਦੇ ਸੀਗੇ, ਵਿਸ਼ਵ ਹਿੰਦੂ ਪਰਿਸ਼ਦ ਦੇ ਸੀਗੇ। ਤੇ ਉਹਦਾ ਰੋਲ ਕਿਵੇਂ ਨਹੀਂ, ਉਹ ਕੋਈ ਧਾਰਮਿਕ ਯਾਤਰਾ ਤਾਂ ਥੀ ਨਹੀਂ, ਮਤਲਬ ਇਹ ਸੱਚੀ ਗੱਲ ਹੈ। ਤੇ ਇਸ ਤੋਂ ਜਿਹੜੀ ਸਰਕਾਰ ਦੀ ਇੰਟੈਲੀਜੈਂਸ ਉਹ ਵੀ ਮੰਨ ਰਹੀ ਹੈ, ਅਫਸਰ ਹੈਗੇ ਆ ਜਿਹੜੇ ਇਮਾਨਦਾਰ ਅਫਸਰ, ਉਹ ਵੀ ਔਨ ਰਿਕਾਰਡ ਇਹ ਬਿਆਨ ਦੇ ਰਹੇ ਨੇ। ਤੇ ਵਿਸ਼ਵ ਹਿੰਦੂ ਪਰਿਸ਼ਦ ਵਾਲਿਆਂ ਨੇ ਇਹਨਾਂ ਨੇ ਜਿਹੜੀ ਰੇਹੜੀਆਂ ਸੀਗੀਆਂ ਗਰੀਬ ਮੁਸਲਮਾਨਾਂ ਦੀ ਉਹ ਸਾੜਤੀਆਂ ਉੱਥੇ। 2 ਹੋਮਗਾਰਡ ਦੇ ਜਵਾਨ, ਇੱਕ ਤਾਂ ਸਿੱਖ ਮੁੰਡਾ ਸੀਗਾ ਗੁਰਸੇਵ, ਉਹਦੀ ਮੌਕੇ ਤੇ ਹੀ ਮੌਤ ਹੋ ਗਈ। ਤੇ ਨਾ ਇਹ ਜਿਹੜੀ ਜਥੇਬੰਦੀਆਂ ਹੈਗੀਆਂ ਇਹ ਗਰੀਬ ਮੁਸਲਮਾਨਾਂ ਦੀ ਮੀਟ ਸ਼ਾਪ ਵਗੈਰਾ, ਟਾਇਰ ਪੰਚਰ ਦੀਆਂ ਦੁਕਾਨਾਂ ਜਾਂ ਕਬਾੜ ਦੀਆਂ ਦੁਕਾਨਾਂ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ। ਸਾੜੀਆਂ ਵੀ ਨੇ। ਪਾਸ਼ ਦੀਆਂ ਲਾਈਨਾਂ ਨੇ ਇਸ ਦਾ ਜੋ ਵੀ ਨਾਮ ਹੈ ਗੁੰਡਿਆਂ ਦੀ ਸਲਤਨਤ ਦਾ, ਮੈਂ ਇਸ ਦਾ ਨਾਗਰਿਕ ਹੋਣ ਤੇ ਥੁੱਕਦਾ ਹਾਂ। ਸੱਤਾ ਦੇ ਵਿੱਚ ਜਦੋਂ ਨਫ਼ਰਤ ਦੇ ਬੀਜ ਬੀਜੇ ਜਾਂਦੇ ਨੇ, ਆਪਸੀ ਭਾਈਚਾਰਿਆਂ ਦੇ ਵਿੱਚ ਜਦੋਂ ਰਾਜਨੀਤੀ ਨਫ਼ਰਤ ਦੇ ਬੀਜ ਬੀਜਦੀ ਹੈ, ਜਦੋਂ ਉਹ ਪੁੰਗਰਦੇ ਨੇ ਤਾਂ ਉਹ ਸਮਾਜ ਦਾ ਵੱਡਾ ਨੁਕਸਾਨ ਕਰਦੇ ਨੇ। ਕੁਝ ਇਸੇ ਤਰ੍ਹਾਂ ਦਾ ਨੁਕਸਾਨ ਹਰਿਆਣਾ ਦੇ ਮੇਵਾਤ ਵਿੱਚ ਹੋ ਰਿਹਾ, ਜਿਹੜੀ ਹਿੰਸਾ ਹੁਣ ਗੁਰੂਗ੍ਰਾਮ ਤੱਕ ਪਹੁੰਚ ਗਈ ਹੈ। ਇਸ ਦੀ ਜੜ ਕਿੱਥੇ ਹੈ, ਕੀ ਕਾਰਨ ਨੇ? ਮੋਨੂ ਮਾਨੇਸਰ ਔਰ ਜਿਹੜੀ ਯਾਤਰਾ, ਧਾਰਮਿਕ ਯਾਤਰਾ ਉੱਥੋਂ ਕੱਢੀ ਜਾ ਰਹੀ ਸੀ, ਇਹ ਸਾਰਾ ਕਿਵੇਂ ਵਾਪਰਿਆ ਔਰ ਇਹਦੇ ਪਿੱਛੇ ਇਹਦਾ ਜਾਟਾਂ ਨਾਲ ਹੁਣ ਇੱਕ ਸਬੰਧ ਬਣ ਰਿਹਾ ਕਿ ਜਾਟ ਇਸ ਦੇ ਵਿੱਚ ਕਿਉਂ ਨਹੀਂ ਆ ਰਹੇ। ਸਾਰੀ ਗੱਲਬਾਤ ਆਪਾਂ ਕਰਾਂਗੇ। ਮੇਰੇ ਨਾਲ ਮਨਦੀਪ ਪੂਨੀਆ ਨੇ। ਮਨਦੀਪ ਪੂਨੀਆ ਕਿਸਾਨ ਅੰਦੋਲਨ ਦੇ ਉੱਪਰ ਆਪਣੀਆਂ 2 ਕਿਤਾਬਾਂ ਲਿਖ ਚੁੱਕੇ ਨੇ, ਹਿੰਦੀ ਦੇ ਵਿੱਚ ਵੀ ਔਰ ਪੰਜਾਬੀ ਦੇ ਵਿੱਚ, ਔਰ ਲਗਾਤਾਰ ਉੱਥੋਂ ਰਿਪੋਰਟਿੰਗ ਕਰਦੇ ਰਹੇ ਨੇ। ਹੁਣ ਵੀ ਲਗਾਤਾਰ ਰਿਪੋਰਟਿੰਗ ਆ ਜਿਹੜੀ ਕਰ ਰਹੇ ਨੇ। ਮਨਦੀਪ, ਮੇਵਾਤ ਦੀ ਗੱਲ ਕਰਦੇ ਆ। ਮੇਵਾਤ ਦੇ ਵਿੱਚ ਇਹ ਗਰਾਊਂਡ ਤਿਆਰ ਹੋਇਆ, ਇਹਦੇ ਵਿੱਚ ਇੱਕ ਤਾਂ ਇਹ ਦੱਸਿਓ ਕਿ ਜਿਹੜੀ ਰਾਜਨੀਤੀ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਆ ਉਹਨੇ ਕੀ ਭੂਮਿਕਾ ਨਿਭਾਈ ਔਰ ਇਹ ਕੀ ਬਚਿਆ ਜਾ ਸਕਦਾ ਸੀ? देखो बचा जा सकता सीगा। ते राजनीति की तुसी गल कीती है तां मैनूं लगदा कि 2-3 संगठनां दा नाम लेना जरूरी है। एक तो विश्व हिंदू परिषद, एक बजरंग दल, एक गोरक्षा दल। ये 3 संगठन इदां दे सीगे जिहड़े कि गुरुग्राम गुड़गांव जिथे मोनू मानेसर आउंदा जिथों फरीदाबाद तो बिट्टू बजरंगी वगैरह उन्हां दा ਉਹ लोग ने ਤੇ ਪਲਵਲ ਇਸ ਇਲਾਕੇ 'ਚ ਇਹ ਖੜੇ ਹੋ ਰਹੇ ਸੀਗੇ। ਤੇ ਇਹਨਾਂ ਦਾ ਇੱਕ ਹੀ ਮਕਸਦ ਹੁੰਦਾ ਸੀਗਾ ਕਿ ਮੇਵਾਤੀਆਂ ਨਾਲ ਟਕਰਾਅ 'ਚ ਜਾਣ ਤਾਂ ਕਿ ਉੱਥੇ ਸੰਪਰਦਾਇਕ ਜਿਹੜਾ ਦੰਗਾ ਹੈਗਾ ਹਿੰਦੂ ਮੁਸਲਮਾਨ ਦਾ ਉਹ ਬਣ ਸਕੇ। ਤਾਂ ਇਹਦੀ ਇਹ ਪੂਰੀ ਪਲਾਨਿੰਗ ਸੀਗੀ। ਤੇ ਇਹ ਜਿਹੜੀ ਬਾਰ-ਬਾਰ ਅਨਿਲ ਵਿਜ ਵਰਗੇ ਜਾਂ ਫਿਰ ਹੋਰ ਲੋਕ ਕਹਿ ਰਹੇ ਨੇ ਕਿ ਜਿਹੜੀ ਇਹ ਯਾਤਰਾ ਹੈਗੀ ਆ ਇਹ ਤਾਂ ਸਾਲਾਂ ਤੋਂ ਚੱਲੀ ਆ ਰਹੀ, ਕੋਈ ਸਾਲਾਂ ਤੋਂ ਨਹੀਂ ਚੱਲੀ ਆ ਰਹੀ ਹੈ। ਇੱਕ ਦੋ ਸਾਲ ਪਹਿਲਾਂ ਇਹ ਬਜਰੰਗ ਦਲ ਨੇ ਸਟਾਰਟ ਕੀਤੀ ਸੀਗੀ। ਤੇ ਇਸ ਯਾਤਰਾ ਦਾ ਮਕਸਦ ਵੀ ਇਹੀ ਸੀ ਕਿ ਮੁਸਲਿਮ ਬਹੁਲ ਇਲਾਕਿਆਂ 'ਚ ਇਹ ਨਿਕਲਣ ਤੇ ਉੱਥੇ ਟਕਰਾਅ ਦੀ ਸਥਿਤੀ ਬਣੇ। ਤੇ ਇਸ ਕਰਕੇ ਇਹਨਾਂ ਨੇ ਜਿਹੜੇ ਮੋਨੂ ਮਾਨੇਸਰ ਦੀ ਵੀਡੀਓਜ਼ ਵੀ ਤੁਸੀਂ ਦੇਖੋ ਜਾਂ ਫਿਰ ਬਿੱਟੂ ਬਜਰੰਗੀ ਦੀ ਵੀਡੀਓਜ਼ ਦੇਖੋ, ਉਹ ਪਹਿਲਾਂ ਹੀ 27-28 ਜੁਲਾਈ ਨੂੰ ਇਹ ਕਹਿਣ ਲੱਗ ਪਏ ਸੀਗੇ ਕਿ ਤੁਹਾਡੇ ਜੀਜਾ ਆਣਗੇ ਆਪਣੇ ਜੀਜਿਆਂ ਨੂੰ ਤੁਸੀਂ ਸਵਾਗਤ ਕਰਿਓ, ਉਹਨਾਂ ਦੇ ਮਾੜਾ ਪਾਇਓ। ਤੇ ਇਸ ਕਿਸਮ ਦੇ ਜਿਹੜੇ ਭੜਕਾਊ ਬਿਆਨ ਸੀਗੇ ਮੋਨੂ ਮਾਨੇਸਰ ਤੇ ਬਿੱਟੂ ਬਜਰੰਗੀ ਵੱਲੋਂ ਆਉਣ ਲੱਗੇ ਸੀਗੇ। ਮੋਨੂ ਮਾਨੇਸਰ ਨਾਸਿਰ ਜੁਨੈਦ ਹੱਤਿਆਕਾਂਡ 'ਚ ਵੀ ਚਾਰਜਸ਼ੀਟ 'ਚ ਹੈਗਾ ਜਿਹੜੀ ਰਾਜਸਥਾਨ ਪੁਲਿਸ ਨੇ ਦਾਇਰ ਕੀਤੀ ਹੈ। ਤੇ ਉਸ ਤੋਂ ਇਲਾਵਾ ਵੀ ਉਹਦੇ ਫੇਸਬੁੱਕ ਔਰ ਯੂਟਿਊਬ ਪੇਜ ਵੀ ਨੇ, ਉੱਥੇ ਜਾ ਕੇ ਤੁਸੀਂ ਦੇਖੋਗੇ ਤੇ ਉਹ ਪੁਲਿਸ ਨਾਲ, ਹਰਿਆਣਾ ਪੁਲਿਸ ਨਾਲ ਤੁਹਾਨੂੰ ਜਿਹੜੇ ਮੇਵਾਤ ਦੇ ਲੋਕ ਹੈਗੇ ਆ ਉਹਨਾਂ 'ਤੇ ਹਮਲਾ ਕਰਦਾ ਦਿਖੂਗਾ। ਸੜਕਾਂ 'ਤੇ ਗੋਰਕਸ਼ਾ ਦੇ ਨਾਂ 'ਤੇ ਜਿਹੜੇ ਟਰੱਕ ਨੇ ਟਰੱਕਾਂ ਤੇ ਫਾਇਰ ਚਲਾਉਂਦਾ ਮਿਲੂਗਾ। ਤੇ ਇਹ ਪ੍ਰੋਪਰ ਉਹਨਾਂ ਦਾ ਆਰਗੇਨਾਈਜ਼ਡ ਕੰਮ ਹੈਗਾ ਉੱਥੇ। ਤਾਂ ਜਿਹੜੇ ਅਨਿਲ ਵਿਜ ਗ੍ਰਹਿ ਮੰਤਰੀ ਹਰਿਆਣੇ ਦੇ, ਉਹ ਕਹਿੰਦੇ ਨੇ ਕਿ ਮੋਨੂ ਮਾਨੇਸਰ ਦਾ ਜਿਹੜਾ ਇਸ ਘਟਨਾ ਦੇ ਨਾਲ ਹੈ
ਕੋਈ ਸਬੰਧ ਨਹੀਂ ਜੁੜਦਾਗਾ ਜਿਹੜਾ ਇਸ ਘਟਨਾ ਦੇ ਨਾਲ। ਹਾਲਾਂਕਿ ਉਹ ਹਰਿਆਣਾ ਪੁਲਿਸ ਨੂੰ ਵੀ ਕਹਿੰਦੇ ਲੋੜੀਦਾ ਤੇ ਰਾਜਸਥਾਨ ਪੁਲਿਸ ਨੂੰ ਵੀ ਲੋੜੀਦਾ, ਪੁਲਿਸ ਪਕੜ ਨਹੀਂ ਪਾ ਰਹੀ, ਪਰ ਉਸ ਇਲਾਕੇ ਦੇ ਵਿੱਚ ਧਮਕੀਆਂ ਦਿੱਤੀਆਂ ਗਈਆਂ ਯਾਤਰਾ ਕੱਢਣ ਤੋਂ ਪਹਿਲਾਂ। ਆਮ ਉੱਥੋਂ ਦੇ ਲੋਕਾਂ ਨੇ ਵੀ ਕਿਹਾ ਕਿ ਇਹ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਉੱਪਰ ਪ੍ਰੋਵੋਕਿੰਗ ਚੀਜ਼ਾਂ ਹੋਈਆਂ। ਨਹੀਂ, ਬਿਲਕੁਲ ਪ੍ਰੋਵੋਕਿੰਗ ਚੀਜ਼ਾਂ ਹੋਈਆਂ। ਤੇ ਦੂਜੀ ਗੱਲ ਇਸ 'ਚ ਇੰਟਰਸਟਿੰਗ ਇਹ ਹੈ ਕਿ ਅਨਿਲ ਵਿਜ ਸਾਹਿਬ ਕਹਿ ਰਹੇ ਨੇ ਕਿ ਮੋਨੂ ਮਾਨੇਸਰ ਦਾ ਤਾਂ ਕੋਈ ਰੋਲ ਹੀ ਨਹੀਂ ਹੈ, ਜਦ ਕਿ ਉਹਨਾਂ ਦੀ ਖੁਦ ਦੀ ਇੰਟੈਲੀਜੈਂਸ ਦੇ ਅਫਸਰਾਂ ਨਾਲ ਸਾਡੀ ਵੀ ਗੱਲਬਾਤ ਹੋਈ ਤੇ ਹੋਰ ਮੀਡੀਆ ਅਦਾਰਿਆਂ ਦੀ ਵੀ ਗੱਲ ਹੋਈ। ਉਹਨਾਂ ਨੇ ਮੰਨਿਆ ਕਿ ਇਸ 'ਚ ਮੋਨੂ ਮਾਨੇਸਰ ਦਾ ਪ੍ਰਾਈਮ ਰੋਲ ਹੈਗਾ, ਉਹਦੀ ਵੀਡੀਓ ਨੇ ਵੀ ਇਹ ਕੰਮ ਕੀਤਾ। ਦੂਜਾ, ਉਹ ਬਜਰੰਗ ਦਲ ਦਾ ਪ੍ਰਾਂਤੀय ਪ੍ਰਭਾਰੀ ਹੈਗਾ, ਮਤਲਬ ਆਫਿਸ ਬੇਰੀਅਰ ਹੈ, ਉਹ ਹਰਿਆਣਾ ਦਾ ਬਹੁਤ ਵੱਡਾ ਆਗੂ ਹੈਗਾ ਬਜਰੰਗ ਦਲ ਦਾ ਉਹ, ਠੀਕ ਹੈ। ਉਹਨੇ ਔਰ ਤੇ ਜਿਹੜੀ ਇਹ ਸਾਰੀ ਭੀੜ ਵੀ ਸੀ ਜਿਹੜੀ ਉੱਥੇ ਗਈ, ਜਿਹੜੇ ਕਹਿ ਰਹੇ ਕਿ ਅਸੀਂ ਯਾਤਰਾ ਕੱਢ ਰਹੇ ਸੀਗੇ, ਉਹ ਜਿਨ੍ਹਾਂ ਕੋਲ ਹਥਿਆਰ ਤਲਵਾਰਾਂ ਸਾਰਾ ਕੁਝ ਸੀਗਾ, ਇਹ ਸਾਰੇ ਬਜਰੰਗ ਦਲ ਦੇ ਸੀਗੇ, ਵਿਸ਼ਵ ਹਿੰਦੂ ਪਰਿਸ਼ਦ ਦੇ ਸੀਗੇ। ਤੇ ਉਹਦਾ ਰੋਲ ਕਿਵੇਂ ਨਹੀਂ, ਮਤਲਬ ਅਟੈਂਸ਼ਨ ਕੱਲੀ ਮਤਲਬ ਕਿ ਧਾਰਮਿਕ ਯਾਤਰਾ ਤੇ ਆ ਕੇ ਨਹੀਂ ਖੜਦੀ, ਅਟੈਂਸ਼ਨ ਲਈ ਕੁਝ ਚੀਜ਼ਾਂ ਹੋਰ ਹਾਂ, ਮਤਲਬ ਧਾਰਮਿਕ ਯਾਤਰਾ ਦਾ ਤਾਂ ਇੱਕ ਇਹ ਦੱਸੋ ਯਾਰ ਬਾਈ, ਮਤਲਬ ਫਰੀਦਾਬਾਦ, ਪਲਵਲ, ਗੁੜਗਾਉਂ ਦੇ ਲੋਕ ਇੱਕ ਦੂਜੇ ਜ਼ਿਲ੍ਹੇ 'ਚ ਜਾ ਕੇ ਕਿਹੜੀ ਧਾਰਮਿਕ ਯਾਤਰਾ ਕੱਢਣ ਜਾ ਰਹੇ ਹਨ ਜਿੱਥੇ ਕਿ ਮੁਸਲਿਮ ਬਹੁਲ ਇਲਾਕਾ ਹੋਵੇ? ਉਹ ਕੋਈ ਧਾਰਮਿਕ ਯਾਤਰਾ ਤਾਂ ਥੀ ਨਹੀਂ, ਮਤਲਬ ਇਹ ਸੱਚੀ ਗੱਲ ਹੈ। ਤੇ ਇਸ ਤੋਂ ਇਹ ਜਿਹੜੀ ਸਰਕਾਰ ਦੀ ਇੰਟੈਲੀਜੈਂਸ ਉਹ ਵੀ ਮੰਨ ਰਹੀ ਹੈ, ਅਫਸਰ ਹੈਗੇ ਆ ਜਿਹੜੇ ਇਮਾਨਦਾਰ ਅਫਸਰ, ਉਹ ਵੀ ਔਨ ਰਿਕਾਰਡ ਇਹ ਬਿਆਨ ਦੇ ਰਹੇ ਨੇ। ਤੇ ਇੱਕ ਵਾਰ ਮੈਨੂੰ ਲੱਗਦਾ ਕਿ ਜਿਹੜੀ ਘਟਨਾ ਵਾਪਰੀ ਹੈ ਉਹ ਵੀ ਸਮਝ ਲੈਣੀ ਚਾਹੀਦੀ ਕਿ ਘਟਨਾ ਕਿਵੇਂ ਵਾਪਰੀ। ਇਹ ਸਾਰੇ ਉੱਥੇ ਇੱਕ ਨੱਲੜ ਸ਼ਿਵ ਮੰਦਿਰ ਹੈਗਾ ਨੱਲੜ ਪਿੰਡ 'ਚ, ਉੱਥੇ ਸਾਰੇ ਇਕੱਠੇ ਹੋਏ ਸੀਗੇ। ਉੱਧਰੋਂ ਫਰੀਦਾਬਾਦ ਤੋਂ ਬਿੱਟੂ ਬਜਰੰਗੀ ਹੋਰੀ ਆਏ ਸੀਗੇ, ਇੱਧਰੋਂ ਗੁੜਗਾਉਂ ਤੋਂ ਇਹ ਮੋਨੂ ਮਾਨੇਸਰ ਹੋਰਾਂ ਦਾ ਜਿਹੜਾ ਬਜਰੰਗ ਦਲ ਦਾ ਗਰੁੱਪ ਸੀਗਾ ਇਹ ਗਏ ਸੀਗੇ। ਇਹ 1000-2000 ਲੋਕ ਸੀਗੇ। ਤੇ ਇਹਨਾਂ ਨੇ ਉਸ ਤੋਂ ਬਾਅਦ ਉੱਥੇ ਵੀਡੀਓ ਬਣਾ ਕੇ ਇਹ ਕਿਹਾ ਕਿ ਤੁਹਾਡੇ ਜੀਜੇ ਆਣਗੇ। ਹੁਣ ਨੂੰ ਜਿਹੜਾ ਮੇਵਾਤ 'ਚ ਜਿਹੜਾ ਸ਼ਹਿਰ ਹੈ ਉਹ ਨੂੰ ਪੈਂਦਾ ਮੇਨ ਸ਼ਹਿਰ, ਤੇ ਨੂੰ ਹੀ ਜ਼ਿਲ੍ਹਾ ਹੈ। ਤੇ ਨੂੰ ਦੇ ਬੱਸ ਸਟੈਂਡ ਤੇ ਜਾ ਕੇ ਇਹਨਾਂ ਨੇ ਫਿਰ ਉੱਥੇ ਵੀ ਗੜਬੜਾ ਕੀਤੀਆਂ। ਜਿਹੜਾ ਦੂਜਾ ਪੱਖ ਸੀਗਾ ਮੇਵ, ਜਿਹੜੇ ਲੋਕ ਸੀਗੇ ਉਹ ਛੱਤਾਂ ਤੇ ਖੜੇ ਹੋਏ ਦੇਖ ਰਹੇ ਸੀ। ਇਹਨਾਂ ਨੇ ਉੱਥੇ ਤਲਵਾਰਾਂ ਲਹਿਰਾਈਆਂ, ਜਦ ਮੁੱਲੇ ਕਾਟੇ ਜਾਏਂਗੇ, ਰਾਮ ਰਾਮ ਚਿਲਾਏਂਗੇ, ਇਸ ਕਿਸਮ ਦੀ ਨਾਅਰੇਬਾਜ਼ੀ ਕੀਤੀ ਹੈ। ਉੱਥੇ ਹਵਾ 'ਚ ਫੈਰ ਵੀ ਕੱਢੇ ਨੇ। ਉਸ ਤੋਂ ਬਾਅਦ ਉਹਨਾਂ ਨੇ ਉੱਪਰੋਂ ਪਥਰਾ ਕੀਤਾ ਹੈ। ਤੇ ਇੱਕ ਵਾਰ ਪੁਲਿਸ ਨੇ ਹਲਕਾ ਲਾਠੀਚਾਰਜ ਕਰਕੇ ਟਕਰਾਅ ਟਾਲਤਾ ਸੀਗਾ ਤੇ ਮਤਲਬ ਪੀਸ ਹੋ ਗਿਆ ਸੀਗਾ। ਤੇ ਲੇਕਿਨ ਉਸ ਤੋਂ ਬਾਅਦ ਕੀ ਕੀਤਾ, ਇਹ ਬਜਰੰਗ ਦਲ ਵਾਲਿਆਂ ਨੇ ਤੇ ਵਿਸ਼ਵ ਹਿੰਦੂ ਪਰਿਸ਼ਦ ਵਾਲਿਆਂ ਨੇ, ਇਹਨਾਂ ਨੇ ਜਿਹੜੀ ਰੇਹੜੀਆਂ ਸੀਗੀਆਂ ਗਰੀਬ ਮੁਸਲਮਾਨਾਂ ਦੀ ਉਹ ਸਾੜਤੀਆਂ ਉੱਥੇ। ਉਸ ਤੋਂ ਬਾਅਦ ਉਹ ਫਿਰ ਜਿਹੜਾ ਮੇਵ ਸਮੁਦਾਇ ਸੀਗਾ ਉਹ ਸੜਕ ਤੇ ਆਇਆ ਹੈਗਾ। ਫਿਰ ਉਹ ਆਮਨੇ ਸਾਹਮਣੇ ਹੋ ਕੇ ਉਹਨਾਂ ਨੇ ਲੜਾਈ ਲੜੀ ਹੈ ਤੇ ਉਹਨਾਂ ਨੇ ਫਿਰ ਪੂਰੇ ਪੱਥਰ ਮਾਰੇ ਨੇ ਇਹਨਾਂ ਤੇ। ਪੁਲਿਸ ਵੀ ਫਿਰ ਪਿੱਛੇ ਹਟ ਗਈ ਸੀਗੀ। ਹਾਲਾਂਕਿ ਮਤਲਬ ਜਿਹੜੇ ਕੀ ਕਹੀਏ ਕਿ ਜਿਹਨਾਂ ਪੁਲਿਸ ਵਾਲਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ 'ਚ ਦੋ ਹੋਮਗਾਰਡ ਦੇ ਜਵਾਨ, ਇੱਕ ਤਾਂ ਸਿੱਖ ਮੁੰਡਾ ਸੀਗਾ ਗੁਰਸੇਵਕ, ਉਹਦੀ ਮੌਕੇ ਤੇ ਹੀ ਮੌਤ ਹੋ ਗਈ, ਤੇ ਇੱਕ ਹੋਰ ਸੀਗਾ। ਤੇ ਮਤਲਬ ਕਹਿਣ ਦਾ ਭਾਵ ਇਹ ਕਿ ਇਹ ਪ੍ਰੋਪਰ ਟਾਲਿਆ ਜਾ ਸਕਦਾ ਸੀਗਾ। ਜਿਹੜੇ ਮੇਵਾਤ ਦੇ ਵਿਧਾਇਕ ਨੇ, ਨੂੰ ਸ਼ਹਿਰ ਦੇ ਵਿਧਾਇਕ ਨੇ, ਆਫਤਾਬ ਅਹਿਮਦ ਸਾਹਿਬ ਹੋਰੀ, ਮਾਮਨ ਖਾਨ ਹੋਰੀ, ਇਹ ਸਾਰੇ ਪ੍ਰਸ਼ਾਸਨ ਨੂੰ ਮਿਲ ਕੇ ਵੀ ਆਏ ਸੀ 2 ਦਿਨ ਪਹਿਲਾਂ ਜਾ ਕੇ, ਤੇ ਇਹ ਕਹਿ ਕੇ ਆਏ ਸੀਗੇ ਕਿ ਦੇਖੋ ਟਕਰਾਅ ਬਣੂਗਾ, ਇਹ ਇਸ ਕਿਸਮ ਹਾਂ ਇਹ ਟਾਲ ਦਿਓ। ਲੇਕਿਨ ਨਾ ਤਾਂ ਮਤਲਬ ਮੈਨੂੰ ਲੱਗਦਾ ਕਿ ਕੋਈ ਦਬਾਅ ਹੀ ਰਿਹਾ ਹੋਗਾ ਖੱਟਰ ਹੋਰਾਂ ਤੋਂ, ਵਿਜ ਹੋਰਾਂ ਕੰਨੀ, ਤਾਂ ਕਰਕੇ ਮਤਲਬ ਇਹ ਟਕਰਾਅ ਚਾਹੁੰਦੇ ਸੀਗੇ। ਇੱਕ ਇਹ ਵੀ ਹੈ ਕਿ ਜਿਹੜਾ ਸੀਐਮ ਦਾ ਵੀ ਬਿਆਨ ਆਇਆ ਹੁਣ ਹਰਿਆਣਾ ਦੇ ਮੁੱਖ ਮੰਤਰੀ, ਉਹਨਾਂ ਨੇ ਕਿਹਾ ਕਿ ਪੁਲਿਸ ਸਾਡੇ ਕੋਲੇ ਇੰਨੀ ਜ਼ਿਆਦਾ ਹੈ ਨਹੀਂ, ਅਸੀਂ 2 ਕਰੋੜ 70 ਲੱਖ ਜਿਹੜੀ ਪਾਪੂਲੇਸ਼ਨ ਹੈ ਹਰਿਆਣੇ ਦੀ, ਅਸੀਂ ਉਹਦੀ ਸਾਰੀ ਦੀ ਰਾਖੀ ਪੁਲਿਸ ਕਿੱਦਾਂ ਕਰ ਸਕਦੀ ਹੈ। ਤਾਂ ਫਿਰ ਇਹ ਹੁਣ ਕਿਵੇਂ ਰੁਕੂਗਾ, ਕਿਉਂਕਿ ਹਿੰਸਾ ਤਾਂ ਅਜੇ ਤੱਕ ਉੱਥੇ ਭੜਕੀ ਹੋਈ ਹੈ, ਅੱਗੇ ਵੱਧ ਰਹੀ ਹੈ ਜਿਹੜੀ। ਦੇਖੋ ਇਸ 'ਚ ਹਿੰਸਾ ਵਾਲੇ 2 ਪੱਖ ਨੇ, ਮਤਲਬ ਪੂਰੇ ਹਰਿਆਣੇ 'ਚ ਹਿੰਸਾ ਨਹੀਂ ਫੈਲੀ ਹੈ, ਜਦ ਕਿ ਉਹ ਨੂੰ ਵੀ ਸ਼ਾਂਤ ਹੈ। ਹੁਣ ਜਿਹੜਾ ਨੂੰ ਜ਼ਿਲ੍ਹਾ ਹੈ ਮੇਵਾਤ ਇਲਾਕਾ ਉਹ ਸ਼ਾਂਤ ਹੈ। ਲੇਕਿਨ ਗੁੜਗਾਉਂ 'ਚ ਜਿਹੜੇ ਸੈਕਟਰ 55, 56, 70 ਸੈਕਟਰ, ਉੱਥੇ ਹਜੇ ਵੀ ਵਾਇਲੈਂਸ ਜਾਰੀ ਹੈ। ਉੱਥੇ ਇਹਨਾਂ ਨੇ ਜਿਹੜੇ ਹਿੰਦੂ ਸੰਗਠਨ ਨੇ, ਕੱਟੜ ਹਿੰਦੂ ਸੰਗਠਨ ਨੇ, ਉੱਥੇ ਗੁੜਗਾਉਂ ਸਿਟੀ 'ਚ ਇਹਨਾਂ ਦਾ ਕੰਮ ਹੈਗਾ। ਤੇ ਇਹ ਜਿਹੜੀ ਜਥੇਬੰਦੀਆਂ ਹੈਗੀਆਂ, ਇਹ ਗਰੀਬ ਮੁਸਲਮਾਨਾਂ ਦੀ ਮੀਟ ਸ਼ਾਪ ਵਗੈਰਾ, ਟਾਇਰ ਪੰਚਰ ਦੀਆਂ ਦੁਕਾਨਾਂ ਜਾਂ ਕਬਾੜ ਦੀਆਂ ਦੁਕਾਨਾਂ, ਉਹਨਾਂ ਨੂੰ ਟਾਰਗੇਟ ਕਰ ਰਹੇ ਨੇ। ਸਾੜੀਆਂ ਵੀ ਨੇ, ਤੇ ਤੁਸੀਂ ਇੱਕ ਪਪੂਲਰ ਫੋਟੋ ਵੀ ਦੇਖ ਰਹੇ ਹੋਗੇ, ਜਿਹੜਾ ਇੱਕ ਕਬਾੜੀ ਦਾ ਕੰਮ ਕਰਦਾ ਸੀਗਾ ਬਜ਼ੁਰਗ ਮੁਸਲਮਾਨ, ਉਹਦੀ ਵੀ ਦੁਕਾਨ ਸਾੜੀ। ਤੇ ਇੱਕ ਮਸਜਿਦ ਤੇ ਹਮਲਾ ਵੀ ਕੀਤਾ, ਉਹਦੇ ਇਮਾਮ 22 ਸਾਲ ਦਾ ਸੀਗਾ ਮੁੰਡਾ, ਉਹਨੂੰ ਵੀ ਮੌਤ ਦੇ ਘਾਟ ਉਤਾਰਤਾ ਇਹਨਾਂ ਨੇ। ਤੇ ਇਹ ਚੱਲ ਰਿਹਾ ਇਹਨਾਂ ਦਾ ਖਾਸ ਤੌਰ 'ਤੇ, ਮਤਲਬ ਕਿ ਉਸ ਇਲਾਕੇ ਦੇ ਵਿੱਚ ਹੁਣ ਮੁਸਲਮਾਨਾਂ ਦੇ ਉੱਪਰ ਵਾਇਲੈਂਸ ਹੋ ਰਹੀ ਹੈ, ਜਿਸ ਇਲਾਕੇ ਦੇ ਲੋਕਾਂ ਦਾ ਨਾ ਤਾਂ ਨੂੰਹ ਦੇ ਨਾਲ ਸੰਬੰਧ ਹੈ ਕੋਈ, ਨਾ ਨੂੰਹ ਦੇ ਵਿੱਚ ਹੋਈ ਹਿੰਸਾ ਦੇ ਨਾਲ, ਨਾ ਕਿਸੇ ਯਾਤਰਾ ਦੇ ਨਾਲ ਉਹਨਾਂ ਦਾ। ਬਿਲਕੁਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ, ਸਿਰਫ ਮੁਸਲਿਮ ਹੋਣ ਦੇ ਨਾਤੇ। ਹਾਂ,
ਤੇ ਇਹ ਕੋਸ਼ਿਸ਼ ਕੀਤੀ ਫਿਰ ਬਜਰੰਗ ਦਲ ਵਰਗੇ ਜਿਹੜੇ ਸੰਗਠਨ ਸੀਗੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੇਵਾਤ ਦਾ ਨਾਂ ਲੈ ਕੇ ਅਸੀਂ ਪੂਰੇ ਹਰਿਆਣੇ 'ਚ ਹਿੰਸਾ ਫੈਲਾਈਏ। ਤੇ ਉੱਥੇ ਜਿਹੜੇ ਬਜਰੰਗ ਦਲ ਦੇ ਪਦਾਧਿਕਾਰੀ ਸੀਗੇ ਜਾਂ ਫਿਰ ਲੋਕ ਸੀਗੇ ਉਹਨਾਂ ਨੇ ਵੀਡੀਓਜ਼ ਜਾਰੀਆਂ ਕੀਤੀਆਂ ਕਿ ਸਾਰੇ ਹਰਿਆਣਾ 'ਚ ਅੱਗ ਲਾ ਦਿਓ, ਮੁਸਲਮਾਨਾਂ ਤੇ ਹਮਲੇ ਕਰੋ, ਜਾਟਾਂ ਨੂੰ ਰਿਕੁਐਸਟ ਹੈ ਕਿ ਉਹ ਟਰੈਕਟਰ ਲੈ ਕੇ ਆਣ ਮੇਵਾਤ। ਤੇ ਜ਼ਰੂਰ ਇਹ ਪੱਖ ਮੈਂ ਲੈਣਾ ਚਾਹੂੰਗਾ, ਕਿਸਾਨੀ ਦੇ ਮਸਲੇ ਤੋਂ ਲੈ ਕੇ ਤੁਸੀਂ ਹਰਿਆਣੇ ਦੀ ਜਿਹੜੀ ਜ਼ਿਆਦਾਤਰ ਜਾਟ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕਵਰ ਵੀ ਕਰਦੇ ਰਹੇ, ਵਿੱਚ ਵਿਚਰਦੇ ਹੋ। ਇੱਕ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਵੀ ਮੀਮ ਜਾਟਾਂ ਨੂੰ ਬੁਲਾਇਆ ਜਾਂਦਾ ਰਿਹਾ ਕਿ ਤੁਸੀਂ ਆਓ, ਉਹਦੇ ਵਿੱਚ ਪਹਿਲਾਂ ਕਿਸਾਨੀ ਦਾ ਮਸਲਾ ਹੋਇਆ ਜਿਹੜਾ ਸਰਕਾਰ ਦੇ ਨਾਲ ਪਹਿਲਵਾਨਾਂ ਦਾ ਧਰਨਾ ਸੀਗਾ, ਜਾਟ ਅੰਦੋਲਨ ਹੈ। ਇਹ ਚੀਜ਼ਾਂ ਤੋਂ ਬਾਅਦ ਜਦੋਂ ਹੁਣ ਇਹ ਹੋ ਰਹੀ ਹਿੰਸਾ ਤੇ ਜਾਟਾਂ ਨੂੰ ਜਿਹੜਾ ਇਨਵਾਈਟ ਕੀਤਾ ਜਾ ਰਿਹਾ ਕਿ ਤੁਸੀਂ ਮਦਦ ਕਰੋ ਆ ਕੇ ਮੁਸਲਮਾਨਾਂ ਦੇ ਵਿਰੋਧ 'ਚ ਲੜਨ ਦੇ ਲਈ, ਤਾਂ ਇਹ ਜਾਟ ਦੂਰੀ ਕਿਉਂ ਬਣਾ ਰਹੇ ਨੇ? ਦੂਰੀ ਦਾ ਮੁੱਖ ਕਾਰਨ ਕੀ ਹੈ ਤੇ ਇਹ ਕਿਵੇਂ ਮੰਨਦੇ ਹੋ ਕਿ ਜਿਹੜੀ ਪੋਲੀਟੀਕਲ ਸਮਝ ਆ ਜਾਟਾਂ ਦੀ ਉਹ ਵਧੀ ਆ ਪਹਿਲਾਂ ਨਾਲੋਂ? ਦੇਖੋ ਇਸ 'ਚ ਇਹ ਤਾਂ ਸਾਫ਼ ਹੀ ਦਿਖ ਰਿਹਾ ਹੈ ਕਿ ਜਿਹੜਾ ਬਜਰੰਗ ਦਲ ਤੇ ਵਿਸ਼ਵ ਹਿੰਦੂ ਪਰਿਸ਼ਦ ਨੇ ਉੱਥੇ ਪਲੈਨਡ ਕਰਕੇ ਦੰਗਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਮੈਨੂੰ ਲੱਗਦਾ ਕਿ ਜਿਹੜੇ ਇੰਨੇ ਅੰਦੋਲਨ ਹੋਏ ਨੇ, ਅੰਦੋਲਨ ਦੇਖੋ ਸਕੂਲ ਵੀ ਹੁੰਦੇ ਨੇ, ਮਤਲਬ ਇੱਕ ਯੂਨੀਵਰਸਿਟੀ ਵਾਂਗ ਕੰਮ ਕਰਦੇ ਨੇ, ਉਹ ਲੋਕਾਂ ਨੂੰ ਸਿਖਾਉਂਦੇ ਨੇ। ਸ਼ਾਇਦ ਜਿਹੜੀ ਇਹ ਸੰਪਰਦਾਇਕਤਾ ਹੈਗੀ ਆ, ਜਿਹੜੇ ਕਮਿਊਨਲਿਜ਼ਮ ਹੈਗਾ, ਇਹਦੇ ਖਿਲਾਫ ਇਸ ਪੂਰੇ ਸੈਕਸ਼ਨ 'ਚ ਮਤਲਬ ਇੱਕ ਹਿਸਾਬ ਨਾਲ ਕਹਿ ਲਈਏ ਕਿ ਉਹ ਇੱਕ ਜਾਗਰਤੀ ਵੀ ਆਈ ਹੈ। ਤੇ ਦੂਜਾ ਮਤਲਬ ਜਿਵੇਂ ਕਿਸਾਨ ਅੰਦੋਲਨ ਸੀਗਾ ਤੇ ਘੱਟ ਗਿਣਤੀਆਂ ਤੇ ਕਿਵੇਂ ਜਿਹੜਾ ਮੈਜੋਰਟੇਰੀਅਨਜ਼ਮ ਹੈਗਾ, ਬਹੁ ਸੰਖਿਅਕਵਾਦ ਕਿਵੇਂ ਅਟੈਕ ਕਰਦਾ, ਜਿਵੇਂ ਖਾਲਿਸਤਾਨੀ ਕਹਿੰਦਾ, ਆਤੰਕਵਾਦੀ ਕਹਿੰਦਾ, ਇਹ ਕਿਸਾਨਾਂ ਨੂੰ ਵੇਖਿਆ ਗਿਆ। ਤੇ ਉਹ ਸਿੱਖਾਂ ਵਾਲੇ ਮਾਮਲੇ 'ਚ ਵੀ ਦੇਖ ਚੁੱਕੇ ਨੇ ਕਿ ਸਿੱਖਾਂ ਨੂੰ ਕਿਵੇਂ ਘੱਟ ਗਿਣਤੀ ਹੋਣ ਕਰਕੇ ਟਾਰਗੇਟ ਕੀਤਾ ਜਾਂਦਾ। ਇਸ ਕਰਕੇ ਸ਼ਾਇਦ ਮਤਲਬ ਮੈਨੂੰ ਲੱਗਦਾ ਕਿ ਇੱਕ ਵੱਡੇ ਹਿੱਸੇ ਨੂੰ ਜਾਂ ਖਾਸ ਕਰ ਜਿਹੜਾ ਕਿ ਪੋਲੀਟੀਕਲੀ ਐਕਟਿਵ ਹੈਗਾ ਉਸ ਹਿੱਸੇ ਨੂੰ ਇਹ ਸਮਝ ਆਇਆ ਕਿ ਘੱਟ ਗਿਣਤੀਆਂ ਤੇ ਇਹ ਕਿਵੇਂ ਅਟੈਕ ਕਰਕੇ ਇੱਕ ਹਿਸਾਬ ਨਾਲ ਸੁਸਾਇਟੀ 'ਚ ਪਾੜ ਪਾਉਂਦੇ ਨੇ ਤੇ ਵੋਟਾਂ ਦੀ ਖੇਤੀ ਕਰਦੇ ਨੇ। ਇਸ ਕਰਕੇ ਹੀ ਜਿਹੜਾ ਜਾਟਾਂ ਦਾ ਲੀਡਰਸ਼ਿਪ ਵਾਲਾ ਸੈਕਸ਼ਨ ਹੈਗਾ ਸਾਰੇ ਨੇ ਰਿਜੈਕਟ ਕੀਤਾ ਹੈ। ਹੁਣ ਅੱਜ ਤੁਸੀਂ ਜੈਨ ਚੌਧਰੀ ਜਿਹੜੇ ਕਿ ਰਾਜ ਸਭਾ 'ਚ MP ਨੇ, ਵੈਸਟਰਨ ਉੱਤਰ ਪ੍ਰਦੇਸ਼ ਤੋਂ ਆਉਂਦੇ ਨੇ, RLD ਦੇ ਚਰਨ ਸਿੰਘ ਦੇ ਪੋਤੇ, ਚੌਧਰੀ ਚਰਨ ਸਿੰਘ ਦੇ ਪੋਤੇ ਨੇ, ਉਹਨਾਂ ਦਾ ਬਿਆਨ ਦੇਖੋ, ਉਹਨਾਂ ਨੇ ਵੀ ਰਿਜੈਕਟ ਕੀਤਾ ਹੈ। ਇਸ ਤੋਂ ਇਲਾਵਾ ਸਤਿਆਪਾਲ ਮਲਿਕ ਦੇ ਵੀ ਬਿਆਨ ਆ ਰਹੇ ਨੇ, ਖਾਪ ਚੌਧਰੀਆਂ ਦੇ ਬਹੁਤ ਲਗਾਤਾਰ ਬਿਆਨ ਆ ਰਹੇ, ਹਰਿਆਣਾ ਦੇ ਕਿਸਾਨ ਆਗੂ ਸੁਰੇਸ਼ ਕੋਥ ਵਗੈਰਾ ਇਹਨਾਂ ਦੇ ਵੀ ਲਗਾਤਾਰ ਬਿਆਨ ਆ ਰਹੇ ਕਿ ਅਸੀਂ ਨਹੀਂ ਜਾਵਾਂਗੇ। ਇਹ ਨੌਜਵਾਨ ਜਿਹੜੇ ਸੋਸ਼ਲ ਮੀਡੀਆ ਐਕਟਿਵ ਸੀਗਾ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦੇ ਵੀ ਬਿਆਨ ਆ ਰਹੇ। ਉਹ ਤਾਂ ਬਲਕਿ ਮੀਮ ਬਣਾ ਕੇ ਪਾ ਰਹੇ ਨੇ ਕਿ ਤੁਸੀਂ ਮਤਲਬ ਉੱਥੇ ਆਪਣੀ ਚੱਪਲਾਂ ਤੋਂ ਲੈ ਆਓ, ਉੱਥੇ ਕੁੱਟ ਖਾ ਕੇ ਆ ਗਏ। ਤੇ ਮਤਲਬ ਇਹ ਹੈਗਾ ਕਿ ਇੱਕ ਹਿਸਾਬ ਨਾਲ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਹਰਿਆਣਾ ਦੇ ਮੇਵਾਤ ਵਾਲੇ ਮੇਵ ਸਮੁਦਾਇ ਦੇ, ਉਹਨਾਂ ਨਾਲ ਜਾਟ ਕਿਤੇ ਨਾ ਕਿਤੇ ਖੜੇ ਨੇ। ਔਰ ਮਨਦੀਪ ਇਹ ਵੀ ਜ਼ਰੂਰ ਦੱਸ ਕੇ ਜਾਇਓ ਜਾਂਦੇ ਜਾਂਦੇ, ਅਗਰ ਇਹ ਜਿਹੜੀ ਹਿੰਸਾ ਹੋਈ ਹੈ ਹਰਿਆਣੇ ਦੇ ਵਿੱਚ, ਇਲੈਕਸ਼ਨ ਵੀ ਨੇ, ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਸੱਤਾ ਦੇ ਵਿੱਚ ਫਾਰਮੂਲੇ ਦੇ ਵਿੱਚ ਫਿੱਟ ਬੈਠਦੀਆਂ ਨੇ ਜਾਂ ਫਿਰ ਇਹ ਜਿਵੇਂ ਹੀ ਜਿਹੜੇ ਸ਼ਰਾਰਤੀ ਅਨਸਰ ਆ ਉਹ ਕਾਮਯਾਬ ਹੋ ਰਹੇ ਨੇ? ਦੇਖੋ ਮੇਰੇ ਹਿਸਾਬ ਨਾਲ ਤਾਂ ਇਹ ਵੋਟਾਂ ਦੀ ਫਸਲ ਲੈਣ ਦਾ ਹੀ ਇਰਾਦਾ ਹੈਗਾ। ਮਤਲਬ 2 ਦਿਨ ਹੋ ਗਏ ਉਹਨਾਂ ਨੇ ਹਰਿਆਣੇ 'ਚ ਵਾਇਲੈਂਸ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਾਟਾਂ ਨੇ ਰਿਜੈਕਟ ਕਰਤਾ। ਅੱਜ ਬਜਰੰਗ ਦਲ ਨੇ ਏਜੰਡਾ ਲਿਆ ਕਿ ਉਹ ਦਿੱਲੀ 'ਚ ਪ੍ਰਦਰਸ਼ਨ ਕਰਨਗੇ 23-24 ਥਾਵਾਂ ਤੇ ਇਟ ਮੀਨਸ ਉਹਨਾਂ ਨੇ ਦਿੱਲੀ ਤੇ ਸ਼ਿਫਟ ਕਰਤਾ। ਉਹਨਾਂ ਨੇ ਦੇਖਿਆ ਕਿ ਰਾਜਸਥਾਨ 'ਚ ਤਾਂ ਕਾਂਗਰਸ ਦੀ ਸਰਕਾਰ ਹੈ, ਉੱਥੇ ਤਾਂ ਪ੍ਰਸ਼ਾਸਨ ਪੱਟੇ ਫੇਰੂਗਾ ਜੇ ਉਹ ਗੜਬੜ ਕਰਨਗੇ। ਹਰਿਆਣੇ 'ਚ BJP ਦੀ ਸਰਕਾਰ ਸੀਗੀ ਲੇਕਿਨ ਜਾਟ ਆਏ ਹੀ ਨਹੀਂ ਉਹਨਾਂ ਨਾਲ, ਨਾ ਗੁੱਜਰ ਆਏ ਇਸ ਪੂਰੇ ਮਾਮਲੇ 'ਚ। ਤੇ ਮਤਲਬ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜਿਹੜੇ ਬਾਕੀ ਸ਼ਹਿਰ ਨੇ ਉਹ ਉੱਥੇ ਵੀ ਬਜਰੰਗ ਦਲ ਜਾਂ ਵਿਸ਼ਵ ਹਿੰਦੂ ਪਰਿਸ਼ਦ ਪ੍ਰਦਰਸ਼ਨ ਨਹੀਂ ਕਰ ਸਕਿਆ। ਫਿਰ ਉਹਨਾਂ ਨੇ ਹੁਣ ਅੱਜ ਏਜੰਡਾ ਲੈ ਕੇ ਦਿੱਲੀ 'ਚ 24 ਥਾਵਾਂ ਤੇ ਇਕੱਠ ਰੱਖਿਆ ਤੇ ਉੱਥੇ ਇਕੱਠ ਹੋਏਗਾ ਤਾਂ ਉੱਥੇ ਫਿਰ ਹਾਂ ਉੱਥੇ ਉਹ ਕੋਸ਼ਿਸ਼ ਕਰ ਰਹੇ ਨੇ ਹੁਣ ਦਿੱਲੀ 'ਚ ਵੜਨਗੇ, ਕਿਉਂਕਿ ਦਿੱਲੀ 'ਚ ਮਤਲਬ ਇੱਕ ਹਿਸਾਬ ਨਾਲ ਇਹ ਲਾ ਲਓ ਕਿ ਦਿੱਲੀ ਪੁਲਿਸ ਕਿਉਂਕਿ ਹੋਮ ਮਿਨਿਸਟਰੀ ਦੇ ਅੰਡਰ ਆਉਂਦੀ ਹੈ ਤੇ ਉੱਥੇ ਉਹਨਾਂ ਨੂੰ ਮਾੜੀ ਜਿਹੀ ਸ਼ਹਿ ਮਿਲ ਜੂਗੀ। 2020 ਦਾ ਤੁਸੀਂ ਫਰਵਰੀ ਮਹੀਨੇ 'ਚ ਜਿਹੜਾ ਦਿੱਲੀ ਦੰਗਾ ਹੈਗਾ ਮੁਸਲਮਾਨਾਂ CNRC ਦੇ ਬਾਅਦ ਮੁਸਲਮਾਨਾਂ ਜਿਹੜੇ ਹਮਲੇ ਨੇ ਉਹ ਤੁਸੀਂ ਦੇਖੋਗੇ ਉਹਨਾਂ 'ਚ ਮਤਲਬ ਮੁਸਲਮਾਨਾਂ 'ਤੇ ਹੀ ਹਮਲੇ ਹੋਏ, ਬਾਅਦ 'ਚ ਉਹਨਾਂ ਨੂੰ ਜੇਲ੍ਹਾਂ 'ਚ ਠੋਕ ਦਿੱਤਾ ਗਿਆ। ਤੇ ਉਹ ਮੈਨੂੰ ਲੱਗਦਾ ਹੈ ਕਿ ਹੁਣ ਬਜਰੰਗ ਦਲ ਦਿੱਲੀ ਨੂੰ ਟਾਰਗੇਟ ਕਰੂਗਾ ਤੇ ਮਤਲਬ ਪੰਜਾਬ ਦੇ ਹਰਿਆਣਾ ਦੇ ਲੋਕਾਂ ਜਿਹੜੇ ਕਿ ਮਤਲਬ ਚਾਹੁੰਦੇ ਨੇ ਕਿ ਕਮਿਊਨਲ ਹਾਰਮਨੀ ਬਣੇ ਜਾਂ ਫਿਰ ਇੱਕ ਸੌਹਾਰਦ ਮਾਹੌਲ ਰਹੇ, ਉਹਨਾਂ ਨੂੰ ਇਸ 'ਚ ਐਕਟ ਕਰਨ ਦੀ ਲੋੜ ਹੈਗੀ ਆ ਤੇ ਦਿੱਲੀ 'ਚ ਸਪੋਰਟ ਐਕਸਟੈਂਡ ਕਰਨ ਦੀ ਲੋੜ ਹੈ। ਦਿੱਲੀ ਦੇ ਵੀ ਮਤਲਬ ਮੇਰੇ ਜਿੰਨੇ ਵੀ ਸਿਵਲ ਸੁਸਾਇਟੀ ਹੈ ਉਹਨਾਂ ਨੂੰ ਵੀ ਅਪੀਲ ਰਹੇਗੀ ਕਿ ਉਹ ਵੀ ਦੇਖਣ ਕਿ ਜਿਹੜਾ ਬਜਰੰਗ ਦਲ ਦਾ ਵਿਸ਼ਵ ਹਿੰਦੂ ਪਰਿਸ਼ਦ ਦਾ ਕਮਿਊਨਲ ਆਈਡੀਆ ਹੈ ਉੱਥੇ ਰਿਜੈਕਟ ਹੋਏ ਤੇ ਜਿਹੜੇ ਘੱਟ ਗਿਣਤੀ ਦੇ ਮੁਸਲਮਾਨ ਨੇ ਉੱਥੇ ਉਹਨਾਂ 'ਤੇ ਹਮਲੇ ਨਾ ਹੋ ਪਾਉਣ। ਖਾਸ ਤੌਰ 'ਤੇ ਮਨਦੀਪ ਆਖਰੀ ਸਵਾਲ ਹੈ ਕਿ ਇੱਕ ਪਿੰਡ ਦੇ ਵਿੱਚ
ਇੱਕ ਪੱਤਰਕਾਰ ਰਿਪੋਰਟਿੰਗ ਦੇ ਲਈ ਜਾਂਦਾ ਤਾਂ ਉਸ ਪਿੰਡ ਦੇ ਵਿੱਚ ਸਿਰਫ 10% ਹਿੰਦੂ ਜਿਹੜੇ ਰਹਿੰਦੇ ਨੇ ਔਰ ਬਾਕੀ 90% ਮੈਜੋਰਿਟੀ ਦੇ ਵਿੱਚ ਮੁਸਲਿਮ ਨੇ। ਉਹ ਕਹਿੰਦੇ ਸਾਡੇ ਅਸੀਂ ਇੱਥੇ ਕੋਈ ਦੁਕਾਨ ਨਹੀਂ ਸਾੜ ਰਹੇ, ਸਾਡੇ ਇੱਥੇ ਕੋਈ ਕੁਝ ਨਹੀਂ ਹੋ ਰਿਹਾ। ਤੇ ਸਾਰੇ ਲੋਕ ਬਾਹਰੋਂ ਆ ਕੇ ਇਕੱਠੇ ਹੋ ਕੇ ਇੱਕ ਗਰੁੱਪ ਬਣਾ ਕੇ, ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਦਿੱਲੀ ਦੇ ਕੁਝ ਗਰੁੱਪ ਨੇ, ਤਾਂ ਉਹਨਾਂ ਦੇ ਵੱਲੋਂ ਹੀ ਇਹ ਜ਼ਿਆਦਾ ਚੀਜ਼ਾਂ ਅੱਗੇ ਵਧਾਈਆਂ ਗਈਆਂ। ਨਹੀਂ ਉਹ ਤਾਂ ਹੈ ਹੀ, ਮਤਲਬ ਤੁਸੀਂ ਲੋਕ ਗੁੜਗਾਂਵ ਫਰੀਦਾਬਾਦ ਤੋਂ ਗਏ ਨੇ, ਦਿੱਲੀ ਤੋਂ ਗਏ ਨੇ, ਸਾਰੇ ਬਜਰੰਗ ਦਲ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਡ ਹੋਲਡਰ ਨੇ, ਉਹਨਾਂ ਦੀ ਪੂਰੀ ਆਰਗੇਨਾਈਜ਼ਡ ਫੋਰਸ ਨੇ। ਤੇ ਉਹ ਆਰਗੇਨਾਈਜ਼ਡ ਫੋਰਸ ਕੰਮ ਵੀ ਕੀ ਕਰਦੀ ਹੈ, ਉਹ ਦੰਗਾ ਕਰਾਉਣ ਦਾ ਹੀ ਕੰਮ ਕਰਦੀ ਹੈ। ਮਤਲਬ ਤੁਸੀਂ ਹੋਰ ਵੀ ਜਿਹੜੀ ਦੁਨੀਆ ਦੇ ਅੱਡ-ਅੱਡ ਮੁਲਕਾਂ ਦੀ ਜਿਹੜੀ ਏਜੰਸੀਆਂ ਨੇ, ਉਹਨਾਂ ਨੇ ਤਾਂ ਬਹੁਤ ਇੱਕ ਮੈਂ ਸਵਾਲ ਤੁਹਾਡੇ ਤੋਂ ਲੈਣਾ ਚਾਹੂੰਗਾ, ਇਹਦੇ ਵਿੱਚ ਮੈਨੂੰ ਯਾਦ ਆ ਰਿਹਾ ਕਿ ਜਦੋਂ ਪੰਜਾਬ ਦੇ ਵਿੱਚ NSA ਲਾਇਆ ਗਿਆ, ਜਿਹੜਾ ਪਿੱਛੇ ਜੇ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ ਕ੍ਰੈਕਡਾਊਨ ਹੋਇਆ ਜਿਹੜਾ, ਇਹਦੇ ਨਾਲ ਹੀ ਜਿਹੜਾ ਬਜਰੰਗ ਦਲ ਹੈ, ਇਹਦੇ ਕਈ ਇਸ ਤਰ੍ਹਾਂ ਦੀਆਂ ਫੋਟੋਆਂ ਆ ਜਾਂਦੀਆਂ ਨੇ, ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀਆਂ ਨੇ। ਹੁਣ ਇੱਕ ਅਸਾਮ ਦੇ ਵਿੱਚ ਇੱਕ ਸ਼ਾਇਦ ਕੇਸ ਵੀ ਰਜਿਸਟਰਡ ਹੋ ਗਿਆ, ਜਿੱਥੇ ਹਥਿਆਰਾਂ ਦੀ ਸਿਖਲਾਈ ਦਿੱਤੀ ਜਾ ਰਹੀ ਸੀ। ਇੱਕ ਪ੍ਰਾਈਵੇਟ ਗਰੁੱਪ ਹੈ, ਜਿਹੜਾ ਇੱਕ ਇਹ ਜਥੇਬੰਦੀ ਹੈ ਕਹਿ ਲਓ ਜਾਂ ਬਜਰੰਗ ਦਲ ਉਹਨਾਂ ਦੀ, ਤਾਂ ਉੱਥੇ ਹਥਿਆਰਾਂ ਦੀ ਟ੍ਰੇਨਿੰਗ ਦੇਣ ਦੇ ਲਈ ਉਹਨਾਂ 'ਤੇ ਕੋਈ ਵੱਡਾ ਪਰਚਾ ਨਹੀਂ ਹੁੰਦਾ। ਪੰਜਾਬ ਦੇ ਵਿੱਚ ਅਗਰ ਇਸ ਤਰ੍ਹਾਂ ਦਾ ਹੁੰਦਾ ਤਾਂ ਉੱਥੇ ਜਿਹੜਾ ਇਸ ਤਰ੍ਹਾਂ ਦਾ ਸ਼ਾਇਦ ਉਹਦੇ ਚੰਗੀ ਤਰ੍ਹਾਂ ਸਾਹਮਣੇ ਵੀ ਨਹੀਂ ਆਇਆ ਜਿਹੜੇ ਕੇਸ ਹੋਏ ਨੇ ਜਾਂ ਜਿਹੜੇ ਐਵੀਡੈਂਸ ਪ੍ਰਸ਼ਾਸਨ ਨੇ ਹੁਣ ਤੱਕ ਅੰਮ੍ਰਿਤਪਾਲ ਕੇਸ ਦੇ ਵਿੱਚ ਵੀ ਦਿੱਤੇ ਨੇ। ਤਾਂ ਅਗਰ ਸ਼ਰੇਆਮ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਬਜਰੰਗ ਦਲ ਦੇ ਮੈਂਬਰਾਂ ਨੂੰ, ਤਾਂ ਉੱਥੇ ਇਸ ਤਰ੍ਹਾਂ ਦੇ ਕੇਸ ਨਹੀਂ ਲੱਗਦੇ। ਦੇਖੋ ਇਸ 'ਚ ਤਾਂ ਸਾਫ਼ ਹੀ ਹੈ ਕਿ ਜਿਹੜੇ ਮੁਸਲਮਾਨ ਨੇ ਜਾਂ ਸਿੱਖ ਨੇ, ਯਾਨੀ ਕਿ ਦੋਵੇਂ ਘੱਟ ਗਿਣਤੀ ਦੇ ਸਮੁਦਾਇ ਨੇ ਇੰਡੀਆ 'ਚ ਦੇਖੇ ਜਾਵੇ ਤਾਂ, ਇਹ NSA ਵਗੈਰਾ ਜਿਹੜੀ ਧਾਰਾਵਾਂ ਨੇ, ਸੰਗੀਨ ਧਾਰਾਵਾਂ, ਇਹਨਾਂ ਦੇ ਮੁੰਡਿਆਂ 'ਤੇ ਹੀ ਲਾਈ ਜਾਂਦੀ ਹੈ। ਤੁਸੀਂ 2020 'ਚ ਜਿਹੜਾ ਫਰਵਰੀ ਮਹੀਨੇ 'ਚ CNRC ਦਾ ਦੰਗਾ ਹੋਇਆ, ਉਸ 'ਚ UAPA ਉਮਰ ਖਾਲਿਦ ਵਰਗਿਆਂ 'ਤੇ ਲਾਈ ਹੋਈ ਹੈ, ਉਹ ਹਜੇ ਤੱਕ ਜੇਲ੍ਹ 'ਚ ਬੈਠੇ ਨੇ। ਸਰਜੀਲ ਇਮਾਮ ਹੋ ਗਿਆ, ਤੇ ਕਿੰਨੇ ਜ਼ਿਆਦਾ ਮੁੰਡੇ ਹੈਗੇ ਆ ਮੁਸਲਮਾਨਾਂ ਦੇ ਜਿਹੜੇ UAPA ਔਰ NSA ਦੇ ਕੇਸਾਂ 'ਚ ਬੰਦ ਨੇ। ਕਈ ਤਾਂ ਮਤਲਬ 1998 2000 'ਚ ਬੰਦ ਹੋਏ ਸੀਗੇ, ਅੱਜ ਹੁਣ ਜਾ ਕੇ ਉਹ ਸਾਰੇ ਬਰੀ ਹੋ ਰਹੇ ਨੇ। ਤੇ ਅੰਮ੍ਰਿਤਪਾਲ ਵਾਲੇ ਕੇਸ 'ਚ ਵੀ ਤੁਸੀਂ ਦੇਖ ਹੀ ਲਓ, ਬਹੁਤ ਸਾਰੇ ਮਤਲਬ 7-8 ਮੁੰਡਿਆਂ 'ਤੇ NSA ਲਾਈ ਹੋਈ ਹੈ। ਤੇ ਮਤਲਬ ਇਹ ਜਿੰਨੇ ਵੀ ਕਾਨੂੰਨ ਨੇ ਜਿਨ੍ਹਾਂ 'ਚ ਇਹ ਲੋਕ ਦਾਅਵਾ ਕਰਦੇ ਨੇ ਕਿ ਇਹ ਤਾਂ ਦੇਸ਼ ਦੀ ਆਂਤਰਿਕ ਸੁਰੱਖਿਆ ਵਾਸਤੇ, ਇੰਟਰਨਲ ਸਿਕਿਉਰਿਟੀ ਵਾਸਤੇ ਅਸੀਂ ਬਣਾਏ ਨੇ, ਉਹਨਾਂ ਦਾ ਇਸਤੇਮਾਲ ਜ਼ਿਆਦਾਤਰ ਆਦੀਵਾਸੀ ਸਮੁਦਾਇ ਦੇ ਮੁੰਡਿਆਂ ਵਾਸਤੇ ਜਾਂ ਫਿਰ ਮੁਸਲਮਾਨਾਂ ਵਾਸਤੇ, ਸਿੱਖਾਂ ਵਾਸਤੇ ਹੀ ਹੁੰਦੇ ਨੇ। ਉਹਨਾਂ 'ਤੇ ਹੀ ਉਹ NSA ਵਗੈਰਾ, ਇਹ UAPA ਵਰਗੇ ਜਿਹੜੇ ਮਤਲਬ ਇੱਕ ਕਾਲੇ ਕਾਨੂੰਨ ਕਹਿ ਸਕਦੇ ਹੋ ਤੁਸੀਂ, ਉਹ ਵਰਤਦੇ ਨੇ ਘੱਟ ਗਿਣਤੀਆਂ ਦੇ ਲੋਕਾਂ 'ਤੇ। ਇਹ ਤਾਂ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ। ਤੇ ਜਿਹੜਾ ਪੰਜਾਬ 'ਚ ਵੀ ਰਿਐਕਸ਼ਨ ਆ ਰਿਹਾ ਇਸ ਚੀਜ਼ ਬਾਰੇ ਕਿ ਹੁਣ ਬਜਰੰਗ ਦਲ ਵਿਸ਼ਵ ਹਿੰਦੂ ਪਰਿਸ਼ਦ ਜਿਹੜਾ ਕਿ ਦੰਗਾ ਭੜਕਾ ਰਿਹਾ ਸੀ, ਗੋਲੀਆਂ ਚਲਾ ਰਿਹਾ ਸੀਗਾ ਉੱਥੇ, ਤੇ ਇੱਕ ਇਮਾਮ ਵੀ ਮਾਰਤਾ ਮਸਜਿਦ 'ਚ ਜਾ ਕੇ, ਮਸਜਿਦ ਸਾੜਤੀ, ਉਹਨਾਂ 'ਤੇ ਤੁਸੀਂ NSA ਕਿਉਂ ਲਾ ਰਹੇ? ਉਹ ਪੂਰੀ ਹਥਿਆਰਾਂ ਧਾਰਮਿਕ ਸਥਾਨ ਜਲਾਉਣਾ ਵੱਡੀ ਗੱਲ ਹੈ। ਉੱਥੇ ਇਮਾਮ ਦੀ ਹੱਤਿਆ ਕਰਨਾ, ਤੇ ਉਹਦਾ ਇੱਕੋ ਇੱਕ ਮਸਜਿਦ ਸੀਗੀ, ਉਹ ਸਰਕਾਰੀ ਜ਼ਮੀਨ 'ਤੇ ਬਣੀ ਹੋਈ, ਸਰਕਾਰ ਨੇ ਜ਼ਮੀਨ ਅਲੋਟ ਕੀਤੀ ਸੀ। ਤੇ ਮਤਲਬ ਖਾਸੇ ਵੱਡੇ ਸਵਾਲ ਨੇ। ਤੇ ਇਹਨਾਂ 'ਤੇ ਮਤਲਬ ਜਿਹੜੇ ਪੰਜਾਬ ਤੇ ਹਰਿਆਣੇ ਦੇ ਲੋਕ ਨੇ, ਉਹਨਾਂ ਨੂੰ ਵੀ ਲਗਾਤਾਰ ਸਵਾਲ ਕਰਨਾ ਚਾਹੀਦਾ ਸਰਕਾਰ ਤੋਂ। ਤੇ ਇਹਦੇ 'ਚ ਜੇ ਕੋਈ ਮਤਲਬ ਹੋਰ ਵੀ ਚੀਜ਼ਾਂ ਹੋ ਸਕਣ, ਸਵਾਲ ਜਵਾਬ ਮਤਲਬ ਹੋਰ ਵੀ ਤਿੱਖੇ ਹੋ ਸਕਣ, ਤਾਂ ਬਹੁਤ ਜ਼ਰੂਰੀ ਹੋਊਗਾ। ਕਿਉਂਕਿ ਜਿਹੜਾ ਅਨਿਲ ਵਿਜ ਹੈ ਜਾਂ ਮਨੋਹਰ ਲਾਲ ਖੱਟਰ ਹੈ, ਉਹਨਾਂ ਨੇ ਤਾਂ ਆਪਣੇ ਬਿਆਨਾਂ ਤੋਂ ਸਾਫ਼ ਹੀ ਕਰਤਾ ਕਿ ਉਹ ਕਿਸ ਪੱਖ 'ਚ ਖੜੇ ਨੇ। ਜੀ ਧੰਨਵਾਦ ਮਨਦੀਪ। ਤਾਂ ਜਿਹੜਾ ਹਰਿਆਣੇ ਦੇ ਵਿੱਚ ਜੋ ਕੁਝ ਹੋਇਆ, ਔਰ ਹਾਂ ਇਹਦੇ ਤੋਂ ਸਮਝਣ ਦੀ ਕੀ ਲੋੜ ਹੈ ਸਾਨੂੰ ਪੰਜਾਬ ਦੇ ਵਿੱਚ ਬੈਠਿਆਂ ਨੂੰ, ਔਰ ਹਰਿਆਣੇ ਦੇ ਜਿਹੜੇ ਵਸਨੀਕ ਨੇ ਜਿਨ੍ਹਾਂ ਨੇ ਦੂਰੀ ਬਣਾਈ ਹੈ ਕਿ ਅਸੀਂ ਇਸ ਫਿਰਕੂ ਹਿੰਸਾ ਦੇ ਵਿੱਚ ਹਿੱਸਾ ਨਹੀਂ ਬਣਾਂਗੇ, ਅਸੀਂ ਇਸ ਤੋਂ ਸਾਈਡ ਤੇ ਰਹਾਂਗੇ, ਅਸੀਂ ਇਸ ਤੋਂ ਕਿਨਾਰਾ ਕੀਤਾ ਹੋਇਆ। ਤਾਂ ਇਹਦੇ ਨਾਲ ਇਹ ਵੀ ਦੇਖਣ ਦੀ ਲੋੜ ਹੈ ਕਿ ਸਿਆਸਤ ਹੈ, 2024 ਆ ਰਿਹਾ, ਉਸ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਨੇ, ਕਿ ਸਿਆਸਤ ਦੇ ਤੌਰ ਤੇ ਤਾਂ ਨਹੀਂ ਵਰਤਿਆ ਜਾ ਰਿਹਾ ਕਿ ਜਿਹੜੇ ਇਹ ਫਿਰਕੂ ਦੰਗੇ ਕਰਵਾ ਕੇ ਵੋਟਾਂ ਲੈਣ ਦੀ ਰਾਜਨੀਤੀ ਹੈ ਜਿਹੜੀ, ਉਹ ਤਾਂ ਨਹੀਂ ਹੋ ਰਹੀ।